ਸਭ ਤੋਂ ਅਹਿਮ ਮੁੱਦਾ ਪੰਜਾਬ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇੱਕ ਵਾਰ ਫਿਰ ਕਿਸਾਨੀ ਅੰਦੋਲਨ ਵਾਲੀ ਜਿਹੜੀ ਗੂੰਜ ਆ ਉਹ ਪੰਜਾਬ ਦੇ ਵਿੱਚੋਂ ਉੱਠਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਜਿਸ ਤਰ੍ਹਾਂ ਉਹਨੇ ਅਧਿਕਾਰ ਕੱਢਿਆ ਪੰਜਾਬ ਦਾ ਜਿਹੜੀ ਮੈਂਬਰਸ਼ਿਪ ਤੇ ਉਹ ਖਾਰਜ ਕੀਤੀ। ਕਿੰਨਾ ਨੁਕਸਾਨ ਹੋਵੇਗਾ ਜੇ ਕਿਸਾਨ ਜਥੇਬੰਦੀਆਂ ਨੇ ਰਾਜਪਾਲ ਦੇ ਰਹਿਸਬਾਰ ਪ੍ਰੋਟੈਸਟ ਕੀਤਾ, ਜੁੱਤੀਆਂ ਮਾਰੀਆਂ ਮੰਗ ਪੱਤਰ ਨੂੰ। ਉਹਨਾਂ ਨੇ ਜਿਹੜਾ ਵੀ ਅਧਿਕਾਰੀ ਉੱਥੇ ਆਇਆ ਜੀ ਉਹਨਾਂ ਨੇ ਮੰਗ ਪੱਤਰ ਦੇ ਪਹਿਲਾਂ ਜੁੱਤੀਆਂ ਮਾਰੀਆਂ ਫਿਰ ਉਹ ਲਿਆ। ਮੇਰੇ ਖਿਆਲ ਰਾਜੇਵਾਲ ਸਾਹਿਬ ਨੂੰ ਜਿਹੜਾ ਉਹਨਾਂ ਨੇ ਚੋਣਾਂ ਲੜਨ ਦਾ ਫੈਸਲਾ ਕੀਤਾ ਸੀ ਉਸ ਤੋਂ ਬਾਅਦ ਇਹ ਪਹਿਲਾ ਧਰਨਾ ਅੱਜ ਰਾਜਪਾਲ ਨੂੰ ਮੰਗ ਪੱਤਰ ਦੇਣ ਗਏ ਸੀ। ਉਹਨਾਂ ਨੂੰ ਮੇਰੇ ਖਿਆਲ ਹੁਣ ਹੌਲੀ ਹੌਲੀ ਸਮਝ ਆਉਂਦੀ ਜਾ ਰਹੀ ਹੈ ਕਿ ਉਹਨਾਂ ਨੇ ਜਿਹੜਾ ਕਦਮ ਉਠਾਇਆ ਇਹ ਕਦਮ ਠੀਕ ਨਹੀਂ। ਅਜੀਬ ਕਿਸਮ ਦੀ ਸਥਿਤੀ ਵਾਪਰੀ ਹੈ। ਇਹ ਕਿਸਾਨ ਪੂਰਾ ਮਨਾ ਕੇ ਤੁਰੇ ਸੀ। ਜੇ ਉਦੋਂ ਅਜੇ 15-20 ਦਿਨ ਹੋਰ ਬਹਿ ਜਾਂਦੇ ਨਾ ਇਹਨਾਂ ਨੂੰ ਬਾਕੀ ਮੰਗਾਂ ਦੇ ਵਿੱਚ ਵੀ ਕੋਈ ਨਾ ਕੋਈ ਸਹੂਲਤ ਕੋਈ ਫੈਸਲਾ ਮਿਲ ਜਾਣਾ ਸੀ ਜੀ, ਪਰ ਇਹਨਾਂ ਨੂੰ ਕੁਰਸੀਆਂ ਤੇ ਬੈਠਣ ਦੀ ਕਾਹਲ ਪੈ ਗਈ। ਰਾਜੇਵਾਲ ਸਾਹਿਬ ਤੁਸੀਂ ਅੱਜ ਉੱਥੇ ਚਲੇ ਗਏ, ਚੰਗਾ ਹੁੰਦਾ ਤੇ ਜਿਹੜੇ ਤੁਹਾਡੇ ਤੋਂ ਬਗੈਰ ਪੰਜਾਬ 'ਚ ਪਿੱਛੋਂ ਵੀ ਲੜਦੇ ਆ ਰਹੇ ਨੇ, ਸਰਦਾਰ ਜੋਗਿੰਦਰ ਸਿੰਘ ਉਗਰਾਹਾਂ, ਡਾਕਟਰ ਦਰਸ਼ਨਪਾਲ ਡੱਲੇਵਾਲ ਸਾਹਿਬ, ਬਲਦੇਵ ਸਿੰਘ ਸਿਰਸਾ, ਇਹਨਾਂ ਦੇ ਨਾਲ ਰਾਈ ਕਰ ਲੈਂਦੇ। ਇਹ ਸਾਰੇ ਇਕੱਠੇ ਹੋ ਕੇ ਚੱਲ ਪੈਂਦੇ। ਤੁਸੀਂ ਲੀਡਰਾਂ ਨੂੰ ਕਹਿੰਦੇ ਹੋ ਕਿ ਪੰਜਾਬ ਦੇ ਹਿੱਤਾਂ ਲਈ ਇਕੱਠੇ ਨਹੀਂ ਹੁੰਦੇ, ਤੁਸੀਂ ਕਿੰਨਾ ਕੁ ਇਕੱਠੇ ਹੋ ਜੀ। ਉਧਰੋਂ ਇਹਨਾਂ ਦੇ ਆਪਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ, ਉਹ ਜਾਖੜ ਸਾਹਿਬ, ਚੰਨੀ ਸਾਹਿਬ ਤੇ ਨਵਜੋਤ ਸਿੰਘ ਸਿੱਧੂ ਤੇ ਤਵਾ ਲਾਈ ਜਾਂਦੇ ਨੇ। ਬਿਲਕੁਲ ਲੜਾਈ ਲੜਨੀ ਸੀ ਤੁਸੀਂ ਦੂਜਿਆਂ ਨਾਲ, ਇਹਨਾਂ ਨੇ ਤੋਪਾਂ ਦੇ ਮੂੰਹ ਆਪਸ ਵਿੱਚ ਕੀਤੇ ਵੇ ਸਿੱਧੇ। ਮਜੀਠੀਆ ਸਾਹਿਬ ਕਹਿੰਦੇ ਅਸੀਂ ਜਲਦੀ ਤੋਂ ਜਲਦੀ ਚੋਣਾਂ ਤੋਂ ਬਾਅਦ ਸਮਝੌਤਾ ਕਰ ਲੈਣਾ ਭਾਰਤੀ ਜਨਤਾ ਪਾਰਟੀ ਦੇ ਨਾਲ। ਤੂੰ ਕਹਿੰਦਾ ਘੱਟ ਨਾ ਤੋਲੋ, ਕਹਿੰਦਾ ਥੜੇ ਨਾ ਚੜ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਭੋੜੇ। ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ, ਜਿਸ ਦੇ ਵਿੱਚ ਅੱਜ ਅਸੀਂ ਅਹਿਮ ਮੁੱਦਿਆਂ ਬਾਰੇ ਚਰਚਾ ਕਰਾਂਗੇ। ਸਭ ਤੋਂ ਅਹਿਮ ਮੁੱਦਾ ਪੰਜਾਬ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜਿਸ ਦੇ ਵਿੱਚੋਂ ਕੇਂਦਰ ਸਰਕਾਰ ਨੇ ਪੰਜਾਬ ਦੀ ਜਿਹੜੀ ਹਿੱਸੇਦਾਰੀ ਆ, ਮੈਂਬਰਸ਼ਿਪ ਆ, ਉਹ ਖਾਰਜ ਕਰ ਦਿੱਤੀ ਆ, ਉਹ ਖਤਮ ਕਰ ਦਿੱਤੀ ਆ, ਜਿਸ ਤੇ ਹੁਣ ਵਿਵਾਦ ਆ ਜਿਹੜਾ ਵੱਡੇ ਪੱਧਰ ਤੇ ਸ਼ੁਰੂ ਹੋ ਚੁੱਕਿਆ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸੜਕਾਂ ਤੇ ਉਤਰ ਚੁੱਕੀਆਂ ਨੇ, ਸੜਕਾਂ ਤੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਨਾਲ ਦੀ ਨਾਲ ਜਿਹੜੇ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਲੀਡਰ ਸੀ ਉਹ ਰਾਜਪਾਲ ਦੀ ਰਹਿਸਤ ਦੇ ਬਾਹਰ ਪਹੁੰਚੇ, ਉੱਥੇ ਪ੍ਰੋਟੈਸਟ ਕੀਤਾ, ਪਰ ਉੱਥੇ ਪੁਲਿਸ ਦੇ ਨਾਲ ਤਲਖੀ ਹੋਈ ਆ। ਇੱਥੋਂ ਤੱਕ ਕਿ ਜੋ ਕਿਸਾਨ ਲੀਡਰ ਸੀ ਉਹਨਾਂ ਨੇ ਜਿਹੜਾ ਮੰਗ ਪੱਤਰ ਦਿੱਤਾ ਜੁੱਤੀਆਂ ਮਾਰ ਕੇ ਦਿੱਤਾ। ਇੰਨਾ ਰੋਸ ਜਿਹੜਾ ਪੰਜਾਬੀਆਂ ਦੇ ਵਿੱਚ, ਪੰਜਾਬ ਦੇ ਕਿਸਾਨਾਂ ਦੇ ਵਿੱਚ ਵੱਧ ਚੁੱਕਿਆ। ਸਾਡੇ ਨਾਲ ਇਸ ਮੁੱਦੇ ਤੇ ਚਰਚਾ ਕਰਨ ਲਈ ਤੇ ਹੋਰ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਨੇ ਜਸਪਾਲ ਸਿੰਘ ਢਿੱਲੋਂ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਕੁਲਦੀਪ ਜੀ, ਤੁਹਾਡਾ ਬਹੁਤ ਬਹੁਤ ਮਿਹਰਬਾਨੀ। ਢਿੱਲੋਂ ਸਾਹਿਬ, ਇੱਕ ਵਾਰ ਫਿਰ ਕਿਸਾਨੀ ਅੰਦੋਲਨ ਵਾਲੀ ਜਿਹੜੀ ਗੂੰਜ ਆ ਉਹ ਪੰਜਾਬ ਦੇ ਵਿੱਚੋਂ ਉੱਠਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਜਿਸ ਤਰ੍ਹਾਂ ਉਹਨੇ ਅਧਿਕਾਰ ਕੱਢਿਆ ਪੰਜਾਬ ਦਾ ਜਿਹੜੀ ਮੈਂਬਰਸ਼ਿਪ ਤੇ ਉਹ ਖਾਰਜ ਕੀਤੀ। ਕਿੰਨਾ ਨੁਕਸਾਨ ਹੋਵੇਗਾ ਜੇ ਕਿਸਾਨ ਜਥੇਬੰਦੀਆਂ ਨੇ ਰਾਜਪਾਲ ਦੇ ਰਹਿਸਬਾਰ ਪ੍ਰੋਟੈਸਟ ਕੀਤਾ, ਜੁੱਤੀਆਂ ਮਾਰੀਆਂ ਮੰਗ ਪੱਤਰ ਨੂੰ? ਕੁਲਦੀਪ ਜੀ, ਮੇਰਾ ਖਿਆਲ ਹੈ ਕਿ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਅੱਜ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਜੀ ਪੰਜਾਬ ਦੇ ਰਾਜਪਾਲ ਬਣਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਦੇਣ ਗਏ ਸਨ ਜੀ, ਨਾ ਤਾਂ ਰਾਜਪਾਲ ਸਾਹਿਬ ਮਿਲੇ, ਨਾ ਉੱਥੇ ਕੋਈ ਜਵਾਬ ਦਿੱਤਾ, ਨਾ ਉੱਥੇ ਇਹਨਾਂ ਤੋਂ ਮੰਗ ਪੱਤਰ ਲੈਣ ਵਾਸਤੇ ਕੋਈ ਹੋਰ ਅਧਿਕਾਰੀ ਪਹੁੰਚਿਆ। ਉਲਟਾ ਇਹਨਾਂ ਦੀ ਚੰਡੀਗੜ੍ਹ ਦੀ ਪੁਲਿਸ ਦੇ ਨਾਲ ਤਲਖ ਕਲਾਮੀ ਹੋਈ ਔਰ ਤਲਖ ਕਲਾਮੀ ਤੋਂ ਬਾਅਦ ਉਹਨਾਂ ਨੇ ਜਿਹੜਾ ਵੀ ਅਧਿਕਾਰੀ ਉੱਥੇ ਆਇਆ ਜੀ ਉਹਨਾਂ ਨੇ ਮੰਗ ਪੱਤਰ ਦੇ ਪਹਿਲਾਂ ਜੁੱਤੀਆਂ ਮਾਰੀਆਂ ਫਿਰ ਉਹ ਲਿਆ। ਮੇਰੇ ਖਿਆਲ ਰਾਜੇਵਾਲ ਸਾਹਿਬ ਨੂੰ ਜਿਹੜਾ ਉਹਨਾਂ ਨੇ ਚੋਣਾਂ ਲੜਨ ਦਾ ਫੈਸਲਾ ਕੀਤਾ ਸੀ ਉਸ ਤੋਂ ਬਾਅਦ ਇਹ ਪਹਿਲਾ ਧਰਨਾ ਅੱਜ ਰਾਜਪਾਲ ਨੂੰ ਮੰਗ ਪੱਤਰ ਦੇਣ ਗਏ ਸੀ। ਉਹਨਾਂ ਨੂੰ ਮੇਰੇ ਖਿਆਲ ਹੁਣ ਹੌਲੀ ਹੌਲੀ ਸਮਝ ਆਉਂਦੀ ਜਾ ਰਹੀ ਹੈ ਕਿ ਉਹਨਾਂ ਨੇ ਜਿਹੜਾ ਕਦਮ ਉਠਾਇਆ ਇਹ ਕਦਮ ਠੀਕ ਨਹੀਂ ਸੀ। ਜਦੋਂ ਮੰਗਾਂ ਤੁਹਾਡੀਆਂ ਮੰਨੀਆਂ ਨਾ ਗਈਆਂ, ਉਲਟਾ ਪੰਜਾਬ ਦੀ ਸੰਘੀ, ਇੱਕ ਪਾਸੇ ਤਾਂ ਕਹਿੰਦੇ ਆ ਸੰਘੀ ਢਾਂਚੇ ਦੀ ਗੱਲ ਕਰਦੇ ਆ, ਦੂਜੇ ਪਾਸੇ ਕੇਂਦਰ ਸਰਕਾਰ ਨੇ ਪੰਜਾਬ ਦੀ ਸੰਘੀ ਹੋਰ ਘੁੱਟਣੀ ਸ਼ੁਰੂ ਕਰ ਦਿੱਤੀ ਜੀ। ਜਿਸ ਤਰ੍ਹਾਂ ਭਾਖੜਾ ਬਿਆਸ ਪ੍ਰਬੰਧਕ ਬੋਰਡ ਤੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰ ਦਿੱਤੀ, ਉਹਦੇ ਨਾਲ ਉਹਦੀ ਜਿਹੜੀ ਸੁਰੱਖਿਆ ਉਹ ਵੀ ਕੇਂਦਰੀ ਅਰਧ ਸੈਨਿਕ ਬਲਾਂ ਭਾਵ CISF ਸੈਂਟਰਲ ਇੰਡਸਟਰੀਅਲ ਫੋਰਸ ਦੇ ਹਵਾਲੇ ਕਰ ਦਿੱਤੀ ਹੈ। ਸੈਂਟਰੀ ਇੰਡਸਟਰੀਅਲ ਸੁਰੱਖਿਆ ਫੋਰਸ ਜੀ ਉਹਦੇ ਹਵਾਲੇ ਕਰ ਦਿੱਤੀ ਹੈ।
ਜਿਹੜਾ 20 ਮੰਗਾਂ ਦਾ ਮੰਗ ਪੱਤਰ ਸੀ ਉਹਦੇ ਵਿੱਚੋਂ ਸਾਰੀਆਂ ਮੰਗਾਂ ਨਹੀਂ ਤੁਰੀਆਂ, ਨਾ ਤਾਂ ਐਮਐਸਪੀ ਤੇ ਕਮੇਟੀ ਬਣੀ। ਕੱਲਾ ਕਾਨੂੰਨ ਵਾਪਸ ਹੋ ਗਏ, ਜਿਹਦੇ ਬਾਰੇ ਅਜੇ ਚਰਚਾ ਚੱਲ ਰਹੀ ਹੈ ਕਿ ਕਾਨੂੰਨ ਬਦਲਵੇਂ ਰੂਪ ਦੇ ਵਿੱਚ ਆ ਸਕਦੇ ਹੈ ਜੀ। ਇਹਦਾ ਖਦਸ਼ਾ ਜਾਖੜ ਸਾਹਿਬ ਨੇ ਵੀ ਪ੍ਰਗਟਾਇਆ, ਹੋਰਾਂ ਨੇ ਵੀ। ਜੀ। ਕੁਝ ਕਿਸਾਨਾਂ ਤੇ ਪਰਚੇ ਦਰਜ ਹੋਏ ਸੀ, ਪੰਜਾਬ ਸਰਕਾਰ ਨੇ ਤਾਂ ਪਰਚੇ ਚਰਨਜੀਤ ਸਿੰਘ ਚੰਨੀ ਨੇ ਪਹਿਲਾਂ ਹੀ ਵਾਪਸ ਲੈਣ ਦਾ ਐਲਾਨ ਕਰਤਾ ਸੀ ਜੀ। ਪਰਚੇ ਸੀਗੇ ਹਰਿਆਣੇ, ਦਿੱਲੀ ਦੇ ਵਿੱਚ 54 ਦੇ ਕਰੀਬ FIR ਦਰਜ ਹੋਈਆਂ ਸੀ, 17 ਉਹਨਾਂ ਚੋਂ ਵਾਪਸ ਲੈ ਲਈਆਂ ਜੀ। ਉਹ ਦਿੱਲੀ ਸਰਕਾਰ ਦੇ ਕੋਲ ਭੇਜੇ ਗਏ ਸੀ। ਦਿੱਲੀ ਸਰਕਾਰ ਨੇ, ਜਿਹੜੀ ਦਿੱਲੀ ਦੀ ਪੁਲਿਸ ਹੈ, ਉਹਨਾਂ ਵੱਲੋਂ ਕੀਤੀਆਂ ਗਈਆਂ ਸਿਫਾਰਿਸ਼ਾਂ ਨੂੰ ਸਵੀਕਾਰ ਕਰ ਲਿਆ ਜੀ। ਉਹ ਪਰਚੇ 17 ਵਾਪਸ ਹੋ ਗਏ ਨੇ 54 ਚੋਂ। ਕੁਛ ਦੇ ਵਿੱਚ ਅਜੇ ਬਕਾਇਆ ਹੈ, ਕੁਛ ਦੇ ਵਿੱਚ ਦੋਸ਼ ਪੱਤਰ ਅਦਾਲਤ 'ਚ ਭੇਜੇ ਜਾ ਚੁੱਕੇ ਨੇ ਜੀ। ਜਦੋਂ ਪ੍ਰਧਾਨ ਮੰਤਰੀ ਨੇ ਕਹਿਤਾ ਕਿ ਅਸੀਂ ਇਹ ਵਾਪਸ ਲਵਾਂਗੇ ਤਾਂ ਦੇਰੀ ਕਿਉਂ? ਜੇ ਪ੍ਰਧਾਨ ਮੰਤਰੀ ਸਾਹਿਬ ਬਿਲਕੁਲ ਸਾਫ਼ ਸੁਥਰੇ ਨੇ, ਫਿਰ MSP ਤੇ ਕਮੇਟੀ ਹੁਣ ਤੱਕ ਬਣਾ ਦੇਣੀ ਚਾਹੀਦੀ ਸੀ। ਮੈਨੂੰ ਲੱਗਦਾ ਇਹਦਾ ਵੀ ਪੰਗਾ ਪਊਗਾ। ਸੰਯੁਕਤ ਸਮਾਜ ਮੋਰਚੇ ਵੱਲੋਂ 5 ਬੰਦੇ ਉਹਦੇ ਮੈਂਬਰ ਸੀ, ਜਿਹਦੇ ਵਿੱਚੋਂ ਇੱਕ ਬਲਬੀਰ ਸਿੰਘ ਰਾਜੇਵਾਲ ਵੀ ਹੈ ਜੀ, ਸ਼ਿਵ ਕੁਮਾਰ ਕੱਕਾ ਜੀ ਹੈ, ਜੰਗਵੀਰ ਸਿੰਘ ਹੈ, ਸ਼ਾਇਦ ਪੱਕਾ ਨਹੀਂ ਮੈਨੂੰ ਪਤਾ, ਸ਼ਾਇਦ ਜੋਗਿੰਦਰ ਯਾਦਵ ਵੀ ਨੇ। ਸੋ ਇਹਨਾਂ ਵੱਲੋਂ 5 ਮੈਂਬਰ ਨੇ ਜਿਹੜੇ ਇਹਨਾਂ ਨੇ ਬਣਾਏ ਸੀਗੇ। ਉਹਦੇ ਵਿੱਚੋਂ ਰਾਜੇਵਾਲ ਸਾਹਿਬ, ਪਤਾ ਨਹੀਂ ਹੁਣ ਇਹ ਕਿਸਾਨ ਦਾ ਸੰਯੁਕਤ ਮੋਰਚਾ ਜਿਹੜਾ ਹੈਗਾ ਟਕੈਤ ਸਾਹਿਬ ਦੀ ਅਗਵਾਈ ਵਾਲਾ, ਇਹ ਰਾਜੇਵਾਲ ਸਾਹਿਬ ਦੀ ਮੈਂਬਰੀ ਮੰਨੇਗਾ ਜਾਂ ਨਹੀਂ। ਇੱਕ ਵਾਰ ਤਾਂ ਉਹਨਾਂ ਨੂੰ 4 ਮਹੀਨੇ ਵਾਸਤੇ ਸਸਪੈਂਡ ਕਰਤਾ ਸੀ ਜੀ। ਦੁਬਾਰਾ ਉਹਦਾ ਹਿੱਸਾ ਲੈਂਦੇ ਆ ਜਾਂ ਨਹੀਂ ਲੈਂਦੇ ਮੈਨੂੰ ਨਹੀਂ ਪਤਾ। ਪਹਿਲਾਂ ਉਹਨਾਂ ਨੇ ਗੁਰਨਾਮ ਸਿੰਘ ਚੜੂਨੀ ਨੂੰ ਵੀ ਤਾਂ ਮੁਅੱਤਲ ਕਰਤਾ ਸੀ, ਬਾਅਦ ਦੇ ਵਿੱਚ ਨਾਲ ਲੈ ਲਿਆ ਸੀ। ਬਿਲਕੁਲ। ਇਹ ਸੰਯੁਕਤ ਸਮਾਜ ਮੋਰਚੇ ਨੇ ਜਿਹੜਾ ਕਿਹਾ ਕਿ ਹਰ 15 ਤਰੀਕ ਨੂੰ ਸਾਡੀ ਮੀਟਿੰਗ ਹੋਇਆ ਕਰੇਗੀ। ਉਹਨਾਂ ਦੀ ਹੁਣ ਦੂਜੀ ਮੀਟਿੰਗ ਹੈ ਜਿਹੜੀ ਤੀਜੀ 15 ਫਰਵਰੀ ਨੂੰ ਹੋ ਚੁੱਕੀ, ਤੇ 15 ਮਾਰਚ ਨੂੰ ਤੀਜੀ ਮੀਟਿੰਗ ਹੋਣੀ ਹੈ। ਉਹਦੇ ਵਿੱਚ ਕੁਲਦੀਪ ਪਤਾ ਨਹੀਂ ਉਹ ਕੀ ਫੈਸਲਾ ਕਰਦੇ ਆ ਜਾਂ ਕੀ ਨਹੀਂ ਕਰਦੇ, ਇਹ ਆਪਣੇ ਆਪ ਦੇ ਵਿੱਚ ਅਹਿਮ ਗੱਲ ਹੈ ਜੀ। ਸੋ ਅੱਜ ਜਿਹੜਾ ਰਾਜੇਵਾਲ ਸਾਹਿਬ ਹੋਰੀ ਮੈਮੋਰੰਡਮ ਦੇਣ ਗਏ, ਇਹ ਤੇ ਪਹਿਲ ਤਾਂ ਨਹੀਂ ਕਰ ਲਈ ਉਹਨਾਂ ਨੇ, ਕਿਉਂਕਿ ਜਿਹੜੀ ਜੋਗਿੰਦਰ ਸਿੰਘ ਉਗਰਾਹਾਂ ਤੇ ਹੋਰ ਕਿਸਾਨ ਜਥੇਬੰਦੀਆਂ ਨੇ, ਇਹਨਾਂ ਨੇ ਤਾਂ DC ਦਫ਼ਤਰਾਂ ਮੂਹਰੇ 7 ਨੂੰ ਦੇਣਾ ਧਰਨਾ। ਇਹ ਕਿਤੇ ਉਸ ਤੋਂ ਪਹਿਲ ਤੇ ਤਾਂ ਨਹੀਂ ਚੱਲ ਪਏ, ਮੈਨੂੰ ਪਤਾ ਨਹੀਂ। ਇਹ ਅੱਜ ਗਏ, ਜਿਹੜੀ ਤਲਖ ਕਲਾਮੀ ਪੁਲਿਸ ਦੇ ਨਾਲ ਇਹਨਾਂ ਦੀ ਹੋਈ, ਜੇ ਉਹ ਮੰਗ ਪੱਤਰ ਦੇਣਾ ਚਾਹੁੰਦੇ ਸੀ, ਜੇ ਰਾਜਸੀ ਲੋਕਾਂ ਤੋਂ ਰਾਜਪਾਲ ਸਾਹਿਬ ਮੰਗ ਪੱਤਰ ਫੜ ਲੈਂਦੇ ਨੇ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਫੜ ਲੈਂਦਾ ਹੈ, ਤੇ ਫਿਰ ਇਹਨਾਂ ਤੋਂ ਹੀ ਫੜ ਲੈਣਾ ਚਾਹੀਦਾ ਸੀ ਜੀ। ਇਹ ਜਿਹੜਾ ਤਲਖ ਕਲਾਮੀ ਆਪਸ ਵਿੱਚ ਦੀ ਹੋਈ ਹੈ, ਗਲਤ ਹੋਈ ਹੈ ਜੀ। ਢਿੱਲੋਂ ਸਾਹਿਬ, ਕਈ ਲੋਕ ਇਹਨੂੰ ਕਿਸਾਨੀ ਅੰਦੋਲਨ ਨਾਲ ਵੀ ਜੋੜ ਕੇ ਦੇਖ ਰਹੇ ਨੇ ਵੀ, ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਆਵਾਜ਼ ਸੀ, ਇੱਕ ਬਗਾਵਤ ਸੀ ਕੇਂਦਰ ਖਿਲਾਫ, ਉਹ ਪੰਜਾਬ 'ਚ ਉੱਠੀ ਸੀ। ਕਹਿੰਦੇ ਵੀ ਹੌਲੀ ਹੌਲੀ ਇਹ ਉਹ ਚੀਜ਼ਾਂ ਦਾ ਬਦਲਾ ਲਿਆ ਜਾ ਰਿਹਾ ਕੇਂਦਰ ਵੱਲੋਂ, ਇਹ ਚੀਜ਼ ਨਾਲ ਵੀ ਜੋੜਿਆ ਜਾ ਰਿਹਾ। ਇਹ ਗੱਲ ਕਹਿ ਜ਼ਰੂਰ ਰਹੇ ਨੇ, ਪਰ ਇਹਦੇ ਵਿੱਚ ਜਿਨ੍ਹਾਂ ਨੇ ਕੈਪਟਨ ਸਾਹਿਬ ਦੇ ਨਾਲ ਰਲ ਕੇ ਚੋਣਾਂ ਲੜੀਆਂ ਜੀ, ਕੈਪਟਨ ਅਮਰਿੰਦਰ ਸਿੰਘ ਖਿੱਦੋਖੁੰਡੀ ਵਾਲੇ ਤੇ ਸੁਖਦੇਵ ਸਿੰਘ ਢੀਂਡਸਾ ਟੈਲੀਫੋਨ ਵਾਲੇ ਜੀ, ਮੈਨੂੰ ਲੱਗਦਾ ਟੈਲੀਫੋਨ ਦਾ ਨਿਸ਼ਾਨ ਤਾਂ ਲੈ ਲਿਆ, ਪਰ ਟੈਲੀਫੋਨ ਰਾਹੀਂ ਗੱਲਬਾਤ ਨਹੀਂ ਉਹਨਾਂ ਤੱਕ ਪਹੁੰਚਾਈ ਗਈ। ਪਿਛਲੇ ਦਿਨਾਂ 'ਚ ਤਾਂ ਢੀਂਡਸਾ ਸਾਹਿਬ ਗ੍ਰਹਿ ਮੰਤਰੀ ਨੂੰ ਉਸ ਇਸ਼ੂ ਤੇ ਵੀ ਮਿਲ ਕੇ ਆਏ ਨੇ, ਜਿਹੜੀਆਂ ਉਹ ਰਿਹਾਈਆਂ ਹੋਣੀਆਂ ਸੀ ਬੰਦੀ ਸਿੱਖਾਂ ਦੀਆਂ, ਹੈ ਨਾ। ਮੈਨੂੰ ਪਤਾ ਨਹੀਂ ਜੀ ਵੀ ਉਸ ਮਾਮਲੇ ਦੇ ਵਿੱਚ ਕੀ ਹੋਇਆ ਜਾਂ ਕੀ ਨਹੀਂ ਹੋਇਆ। ਸੋ ਕੁਲਦੀਪ ਜੀ, ਇਹਦੇ 'ਚ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਦੁਬਾਰਾ ਸੰਘੀ ਘੁੱਟੀ ਜਾ ਰਹੀ ਹੈ, ਇਹ ਤਾਂ ਹੋਰ ਜ਼ਿਆਦਾ ਵਧਾ ਕੇ ਕੀਤਾ ਜਾ ਰਿਹਾ ਹੈਗਾ। ਜਿਹੜਾ ਇਹ ਜਦੋਂ 1960 ਦੇ ਵਿੱਚ ਭਾਖੜਾ ਡੈਮ ਬਣ ਕੇ ਤਿਆਰ ਹੋ ਕੇ ਕੌਮ ਨੂੰ ਸੌਂਪਿਆ ਗਿਆ, ਤਾਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੌਂਪਿਆ ਸੀ ਜੀ। 1966 ਦੇ ਵਿੱਚ ਆ ਜਿਹੜੇ ਭੱਦਰ ਪੁਰਸ਼ ਤੁਰੇ ਫਿਰਦੇ ਆ ਸੂਬੀ ਬਣਾਉਣ ਵਾਲੇ, ਜਿਹੜੇ ਫੁੱਲੇ ਨਹੀਂ ਸਮਾਉਂਦੇ ਸੀ ਕਿ ਅਸੀਂ ਬੜਾ ਪਤਾ ਨਹੀਂ ਕੱਦੂ 'ਚ ਕਿਹੜਾ ਤੀਰ ਮਾਰਤਾ, ਆ ਪੰਜਾਬੀ ਸੂਬੀ ਬਣਾ ਲਈ। ਜੇ ਪੰਜਾਬ ਵੱਡਾ ਰਹਿੰਦਾ, ਕੈਰੋਂ ਸਾਹਿਬ ਕਹਿੰਦੇ ਹੁੰਦੇ ਸੀ ਕਿ ਓਏ ਤੁਸੀਂ ਮੰਗੀ ਜਾਇਓ, ਲਿਓ ਕਦੇ ਨਾ, ਇਹ ਬੇਈਮਾਨ ਨੇ ਦੇਣਾ ਨਹੀਂ ਤੁਹਾਨੂੰ। ਜੇ ਉਹ ਮਹਾ ਪੰਜਾਬ ਰਹਿੰਦਾ, ਹੋਰ ਪੰਜਾਬੀ ਬੋਲਦੇ ਇਲਾਕੇ ਵਿੱਚ ਸ਼ਾਮਲ ਕੀਤੇ ਹੁੰਦੇ,
ਅੱਜ ਨਰਿੰਦਰ ਮੋਦੀ ਹੋਵੇ, ਡਾਕਟਰ ਮਨਮੋਹਨ ਸਿੰਘ ਹੋਵੇ, ਬੀਬੀ ਇੰਦਰਾ ਗਾਂਧੀ ਹੋਵੇ ਜਾਂ ਕੋਈ ਹੋਰ ਹੋਵੇ, ਜੀ, ਉਹ ਯੂਪੀ ਤੋਂ ਥਰ-ਥਰ ਕੰਬਦੇ ਨੇ ਕਿਉਂਕਿ ਉਹਦੀਆਂ ਸੀਟਾਂ 80 ਨੇ ਬਿਲਕੁਲ ਲੋਕ ਸਭਾ ਦੀਆਂ, ਤੇ ਪੰਜਾਬ ਦੀਆਂ 13 ਸੀਟਾਂ ਨੂੰ ਕੀ ਸਮਝਦੇ ਨੇ? ਜੇ ਸਾਰਾ ਖਿੱਤਾ ਇਕੱਠਾ ਹੁੰਦਾ ਤਾਂ 13 ਸੀਟਾਂ ਸਾਡੀਆਂ, 10 ਹਰਿਆਣੇ ਦੀਆਂ, 23, 4-5 ਹਿਮਾਚਲ ਦੀਆਂ, ਤੇ ਜਿਹੜੇ ਹੋਰ ਵੀ ਇਲਾਕੇ ਬਾਹਰ ਨਿਕਲ ਗਏ, ਜੇ 30 ਸੀਟਾਂ ਇਹ ਹੁੰਦੀਆਂ ਤੇ ਇੱਥੇ ਦੇ ਵੀ ਇਹਨਾਂ ਨੇ ਕੰਬਣਾ ਸੀ। ਪਰ ਇਹਨਾਂ ਦੀਆਂ ਆਪਣੀਆਂ ਗਲਤੀਆਂ, ਇਹਨਾਂ ਨੇ ਸੁਹਿਰਦਤਾ ਕਦੋਂ ਦਿਖਾਈ ਆਪਣੇ ਰਾਜ ਵਾਸਤੇ? ਜੀ, ਇਹ ਸਦਾ ਕੁਰਸੀਆਂ ਵੱਲ ਮੂੰਹ, ਪੰਜਾਬ ਵੱਲ ਪਿੱਠ, ਪੰਜਾਬੀਅਤ ਵੱਲ ਪਿੱਠ, ਭਾਵੇਂ ਕੋਈ ਵੀ ਹੈ। ਜੀ, ਆ ਜਿਹੜਾ ਮੁੱਦਾ ਅੱਜ ਭਾਖੜਾ ਬਿਆਸ ਪ੍ਰਬੰਧਕ ਬੋਰਡ ਦਾ ਚੱਲ ਰਿਹਾ ਹੈ, ਜੇ ਇਹ ਦਿੱਲੀ ਤੱਕ, ਫਰੀਦਾਬਾਦ, ਗੁੜਗਾਉਂ ਤੱਕ ਪੰਜਾਬੀ ਸੂਬਾ ਹੁੰਦਾ ਤੇ ਆ ਭਾਖੜਾ ਦਾ ਮੁੱਦਾ ਉੱਠਣਾ ਸੀ। ਬਿਲਕੁਲ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੇਖੋ, ਹਿਮਾਚਲ ਨੂੰ ਰਾਇਲਟੀ ਦੇ ਰਿਹਾ ਪਾਣੀ ਦੀ, ਪਾਣੀ ਜਾਂਦਾ ਪੰਜਾਬ ਚੋਂ ਹੈ। ਤੇ ਠੀਕ ਕਿਹਾ ਬੈਂਸ ਭਰਾਵਾਂ ਨੇ ਵੀ ਤੁਸੀਂ ਸਾਨੂੰ ਪੰਜਾਬ ਨੂੰ ਰਾਇਲਟੀ ਦੇ ਦਿਓ, ਥੋੜੀ ਜਿਹੀ ਬਣਦੀ ਹੈ। ਸਾਡਾ ਹਰਿਆਣੇ ਤੇ ਰਾਜਸਥਾਨ ਤੋਂ ਰਾਇਲਟੀ ਲੈਣ ਵਾਸਤੇ ਕੇਸ ਮਜ਼ਬੂਤ ਹੋ ਜਾਵੇਗਾ। ਪਰ ਜਦੋਂ ਸਾਰੇ ਹੀ ਸਿੱਕੇ ਇੱਕੋ ਜਿਹੇ ਹੋਣ ਤੇ ਕਿਹਾ ਕਿਹਨੂੰ ਜਾਵੇ ਕੁਲਦੀਪ? ਬਿਲਕੁਲ। ਸੋ ਇਸ ਵੇਲੇ ਅਜੀਬ ਕਿਸਮ ਦੀ ਸਥਿਤੀ ਵਾਪਰੀ ਹੈ। ਇਹ ਕਿਸਾਨ ਪੂਰਾ ਮਨਾ ਕੇ ਤੁਰੇ ਸੀ, ਜੇ ਉਦੋਂ ਅਜੇ 15-20 ਦਿਨ ਹੋਰ ਬਹਿ ਜਾਂਦੇ ਨਾ, ਇਹਨਾਂ ਨੂੰ ਬਾਕੀ ਮੰਗਾਂ ਦੇ ਵਿੱਚ ਵੀ ਕੋਈ ਨਾ ਕੋਈ ਸਹੂਲਤ, ਕੋਈ ਫੈਸਲਾ ਮਿਲ ਜਾਣਾ ਸੀ। ਜੀ, ਪਰ ਇਹਨਾਂ ਨੂੰ ਕੁਰਸੀਆਂ ਤੇ ਬੈਠਣ ਦੀ ਕਾਹਲ ਪੈ ਗਈ। ਜਿਹੜਾ ਕੁਝ ਅੱਜ ਕੀਤਾ, ਜੇ ਇਕਜੁੱਟਤਾ ਹੁਣ ਵੀ ਦਿਖਾਈ ਜਾਂਦੀ, ਰਾਜੇਵਾਲ ਸਾਹਿਬ ਤੁਸੀਂ ਅੱਜ ਉੱਥੇ ਚਲੇ ਗਏ, ਚੰਗਾ ਹੁੰਦਾ। ਤੇ ਜਿਹੜੇ ਤੁਹਾਡੇ ਤੋਂ ਬਗੈਰ ਪੰਜਾਬ 'ਚ ਪਿੱਛੋਂ ਵੀ ਲੜਦੇ ਆ ਰਹੇ ਨੇ, ਸਰਦਾਰ ਜੋਗਿੰਦਰ ਸਿੰਘ ਉਗਰਾਹਾਂ, ਡਾਕਟਰ ਦਰਸ਼ਨਪਾਲ ਡੱਲੇਵਾਲ ਸਾਹਿਬ, ਬਲਦੇਵ ਸਿੰਘ ਸਿਰਸਾ, ਇਹਨਾਂ ਦੇ ਨਾਲ ਰਾਈ ਕਰ ਲੈਂਦੇ। ਅੱਜ ਇੱਕ ਖਬਰ ਹੋਰ ਚੱਲ ਰਹੀ ਹੈ ਜੀ ਕਿ ਪੰਧੇਰ ਸਾਹਿਬ ਨੇ, ਉਹਨਾਂ ਦਾ ਕਹਿੰਦੇ ਫੇਸਬੁੱਕ ਨੇ ਅਕਾਊਂਟ ਬੰਦ ਕਰਤਾ। ਇਹ ਸਾਰੇ ਇਕੱਠੇ ਹੋ ਕੇ ਚੱਲ ਪੈਂਦੇ। ਤੁਸੀਂ ਲੀਡਰਾਂ ਨੂੰ ਕਹਿੰਦੇ ਹੋ ਕਿ ਪੰਜਾਬ ਦੇ ਹਿੱਤਾਂ ਲਈ ਇਕੱਠੇ ਨਹੀਂ ਹੁੰਦੇ, ਤੁਸੀਂ ਕਿੰਨਾ ਕੁ ਇਕੱਠੇ ਹੋ? ਜੀ, ਜਦੋਂ ਮੋਰਚਾ ਲੜਿਆ ਇਕੱਠੇ, ਇੱਥੇ ਆ ਕੇ ਫਿਰ ਆਪੋ ਆਪਣੀਆਂ ਡਫਲੀਆਂ ਵਜਾਉਣ ਲੱਗ ਗਏ। ਬਿਲਕੁਲ। ਸੋ ਪੰਜਾਬ ਨੂੰ ਪੈਰ ਦੇ ਉੱਤੇ ਜਿਹੜੀਆਂ ਏਜੰਸੀਆਂ ਨੇ ਉਹ ਅੱਖਾਂ 'ਚ ਧਿਆ ਦਿੰਦੀਆਂ ਨੇ ਤੇ ਤੁਸੀਂ ਮਾਰ ਖਾ ਗਏ। ਜੀ ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਪੰਜਾਬ ਦੇ ਚੋਣ ਨਤੀਜਿਆਂ ਦਾ ਜ਼ਿਕਰ ਕਰੀਏ, 10 ਮਾਰਚ ਨੂੰ ਜਿਹੜੇ ਚੋਣ ਨਤੀਜੇ ਐਲਾਨੇ ਜਾਣਗੇ, ਪਰ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਹਲਚਲ ਚੱਲ ਪਈ ਹੈ। ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਦੇ ਲੀਡਰਾਂ ਨਾਲ ਮੀਟਿੰਗ ਕੀਤੀ, ਅਗਲੀ ਰਣਨੀਤੀ ਲਿਖੀ ਆ। ਦੇਖੋ, ਸਾਰਿਆਂ ਆਪੋ ਆਪਣੀਆਂ ਰਣਨੀਤੀਆਂ ਕਰਦੇ ਨੇ। ਜਿੱਥੇ ਚਰਨਜੀਤ ਚੰਨੀ ਨੇ ਇਹ ਰਣਨੀਤੀ ਦੇ ਤਹਿਤ ਕੰਮ ਕੀਤਾ, ਉੱਥੇ ਕਈ ਦੇਵੀਆਂ ਤੇ ਜਾ ਰਹੇ ਨੇ, ਕਈ ਬਾਬਿਆਂ ਦੇ ਚਰਨੀ ਜਾ ਰਹੇ ਨੇ। ਫੇਰ ਕਈਆਂ ਬਾਰੇ ਚਰਚਾ ਸੀ ਕਿ ਉਹ ਸਿਰਸੇ ਵਾਲੇ ਤੋਂ ਵੋਟਾਂ ਮੰਗਣ ਨੂੰ ਫਿਰਦੇ ਸੀ, ਤੇ ਅੱਜ ਕਹਿੰਦੇ ਸੁਖਬੀਰ ਸਿੰਘ ਬਾਦਲ ਹੋਰੀ ਡੇਰਾ ਰੂਮੀ ਵਾਲਾ, ਭੁੱਚੋ ਕਲਾਂ, ਉੱਥੇ ਜਾ ਕੇ ਆਏ ਨੇ। ਜਾਓ, ਜਿੱਥੇ ਮਰਜ਼ੀ ਜਾਓ, ਕੌਣ ਰੋਕਦਾ? ਕਿਤੇ ਵੀ ਕੋਈ ਸ਼ਰਧਾਵਾਨ ਜਿੱਥੇ ਨਾਲ ਜਾ ਸਕਦਾ ਹੈਗਾ। ਸੋ ਚਰਨਜੀਤ ਸਿੰਘ ਚੰਨੀ ਨੇ ਕੱਲੇ ਐਮਐਲਏ ਤੋਂ ਤੇ ਨਵੇਂ ਉਮੀਦਵਾਰਾਂ ਤੋਂ ਉਹਦੀ ਸਾਰੀ ਪੜਤਾਲ ਮੰਗੀ ਹੈ ਜੀ, ਕਿ ਦੱਸੋ ਉਹਦੀ ਆਖਰੀ ਰਿਪੋਰਟ ਕੀ ਹੈ। ਮੈਨੂੰ ਪਤਾ ਨਹੀਂ ਕਿ ਇਹਦੇ ਵਿੱਚ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਇਆ ਕਿ ਨਹੀਂ ਆਇਆ ਜੀ। ਉਧਰੋਂ ਇਹਨਾਂ ਦੇ ਆਪਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ, ਉਹ ਜਾਖੜ ਸਾਹਿਬ, ਚੰਨੀ ਸਾਹਿਬ ਤੇ ਨਵਜੋਤ ਸਿੰਘ ਸਿੱਧੂ ਤੇ ਤਵਾ ਲਾਈ ਜਾਂਦੇ ਨੇ। ਬਿਲਕੁਲ। ਲੜਾਈ ਲੜਨੀ ਸੀ ਤੁਸੀਂ ਦੂਜਿਆਂ ਨਾਲ, ਇਹਨਾਂ ਨੇ ਤੋਪਾਂ ਦੇ ਮੂੰਹ ਆਪਸ ਵਿੱਚ ਦਿਓ ਕੀਤੇ ਵੇ ਸਿੱਧੇ। ਤੇ ਫਿਰ ਦੂਜਿਆਂ ਨੂੰ ਤਾਂ ਲੋੜ ਹੀ ਨਹੀਂ ਸੀ ਕਾਂਗਰਸ ਵਾਲਿਆਂ ਨੂੰ ਕੁਝ ਕਰਨ ਵਾਸਤੇ। ਕਾਂਗਰਸੀ ਆਪ ਹੀ ਇੱਕ ਦੂਜੇ ਦੇ ਪੂਰੇ ਖੈਰ ਖੁਆਹ ਬਣੇ ਨੇ ਕਿ ਕਿਸੇ ਕੀਮਤ ਤੇ ਤੈਨੂੰ ਜਿੱਤਣ ਨਹੀਂ ਦੇਣਾ ਤੇਰਾ। ਜੇ ਤੂੰ ਵਿਧਾਨ ਸਭਾ ਵੱਲ ਨੂੰ ਲੋਕਾਂ ਨੇ ਤੇਰਾ ਰਾਹ ਕਰ ਵੀ ਲਿਆ, ਅਸੀਂ ਤਾਂ ਵੀ ਬਿੱਲੀ ਲਿਆ ਕੇ ਰਾਹ ਕਟਾ ਦਿਆਂਗੇ। ਬਿਲਕੁਲ। ਜਿਹੜੇ
ਰੋ ਕੇ ਲੰਗੜੀਆਂ ਕੂੜੀਆਂ ਚੜ੍ਹਦੇ ਨੇ ਨਾ, ਉਹ ਫਿਰ ਡੋਲੇ ਲੈ ਕੇ ਨਹੀਂ ਆਉਂਦੇ। ਉਹਨਾਂ ਬਾਰੇ ਸਾਰਿਆਂ ਨੂੰ ਪਤਾ ਕਿ ਕਿਸ ਤਰ੍ਹਾਂ ਦਾ ਹੁੰਦਾ ਹੈ। ਇਹਨਾਂ ਕਾਂਗਰਸੀਆਂ ਨੇ ਇਸ ਵਾਰ ਬਿਲਕੁਲ ਸੁਹਿਰਦਤਾ ਨਹੀਂ ਦਿਖਾਈ ਜੀ, ਜਿਹਦਾ ਫਾਇਦਾ ਦੂਜਿਆਂ ਨੂੰ ਹੋਏਗਾ। ਪਤਾ ਨਹੀਂ ਸਰਕਾਰ ਕਿਹਦੀ ਆਉਣੀ ਹੈ, ਸਾਨੂੰ ਨਹੀਂ ਪਤਾ ਇਸ ਬਾਰੇ, ਲੇਕਿਨ ਲੋਕਾਂ ਦਾ ਜਿਹੜਾ ਚਰਚਾ ਚੱਲਦੀ ਹੈ ਉਹਦੇ ਵਿੱਚ ਪਤਾ ਨਹੀਂ ਕੋਈ ਤੀਜਾ ਆ ਜੇ ਜਾਂ ਚੌਥਾ ਆ ਜੇ, ਕੁਝ ਨਹੀਂ ਕਹਿ ਸਕਦੇ ਜੀ। ਕਿਉਂਕਿ ਪੁਰਾਣੀਆਂ ਰਵਾਇਤੀ ਰਾਜਸੀ ਪਾਰਟੀਆਂ ਨੂੰ ਪਤਾ ਹੈ ਕਿ ਵੋਟਾਂ ਪਵਾਈਆਂ ਕਿਵੇਂ ਜਾਂਦੀਆਂ ਨੇ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਅਹਿਮ ਸਵਾਲ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋਈ ਹੈ ਲੁਧਿਆਣੇ ਦੇ ਵਿੱਚ, ਉਹ ਕਹਿੰਦੇ ਉਹਨਾਂ ਦੇ ਨੁਮਾਇੰਦੇ ਉੱਥੇ ਜਾ ਕੇ ਬੈਠੇ ਨੇ। ਕੈਪਟਨ ਅਮਰਿੰਦਰ ਸਿੰਘ ਦੇ ਕਈ ਤਾਂ ਚੋਣ ਨਿਸ਼ਾਨ ਫੁੱਲ ਤੇ ਹੀ ਲੜੇ ਨੇ। ਬਿਲਕੁਲ। ਉਹ ਕਹਿੰਦੇ ਅਸੀਂ ਤੁਹਾਡੀ ਖਿੱਦੋ ਖੁੰਡੀ ਤੇ ਨਹੀਂ ਲੜਨਾ ਹੈਗਾ, ਇਹ ਪਤਾ ਨਹੀਂ ਕਦੋਂ ਲੀਰਾਂ ਦੀ ਖਿੱਦੋ ਆ ਪਾਟ ਜੇ। ਇਹ ਵੀ ਆਪਣੇ ਆਪ ਦੇ ਵਿੱਚ ਗੱਲਬਾਤ ਚੱਲ ਰਹੀ ਹੈ। ਗਜਿੰਦਰ ਸ਼ੇਖਾਵਤ ਮਜੀਠੀਆ ਸਾਹਿਬ ਕਹਿੰਦੇ ਅਸੀਂ ਜਲਦੀ ਤੋਂ ਜਲਦੀ ਚੋਣਾਂ ਤੋਂ ਬਾਅਦ ਸਮਝੌਤਾ ਕਰ ਲੈਣਾ ਭਾਰਤੀ ਜਨਤਾ ਪਾਰਟੀ ਦੇ ਨਾਲ। ਤੂੰ ਕਹਿੰਦਾ ਘੱਟ ਨਾ ਤੋਲੋ, ਕਹਿੰਦਾ ਥੜੇ ਨਾ ਚੜ। ਤੇ ਉਧਰੋਂ ਗਜਿੰਦਰ ਸ਼ੇਖਾਵਤ ਨੇ ਬਿਆਨ ਦੇ ਦਿੱਤਾ ਕਿ ਅਸੀਂ ਕਿਸੇ ਕੀਮਤ ਤੇ ਅਕਾਲੀਆਂ ਨੂੰ ਨਾਲ ਨਹੀਂ ਰੌਲਾ, ਇਹ ਧੋਖਾ ਕਰਕੇ ਗਏ ਨੇ ਸਾਡੇ ਨਾਲ। ਇਹ ਰਾਜਸੀ ਆਗੂ ਪਰ ਢਿੱਲੋਂ ਕਿੱਧਰ ਨੂੰ ਲੈ ਕੇ ਚੱਲੇ ਨੇ, ਪੰਜਾਬ ਨੂੰ ਕੁਝ ਨਹੀਂ ਕਹਿ ਸਕਦੇ। ਪਰ ਇਹ ਕਿਹੜੇ ਲੀਡਰਾਂ ਦੀ ਬਿਆਨਬਾਜ਼ੀ ਹੁੰਦੀ ਹੈ ਜਦੋਂ ਕੁਝ ਹੋਰ ਹੀ ਬਣ ਜਾਂਦੀ ਆ, ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ। ਹਾਂ, ਇਹੀ ਤਾਂ ਉਹ ਹੈ ਕਿ ਇਹਨਾਂ ਦੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਬਣ ਗਿਆ ਲੱਗਦਾ। ਕਈ ਲੀਡਰਾਂ ਨੇ ਪੰਡਤਾਂ ਤੋਂ ਵੀ ਟੇਵੇ ਲਵਾਉਣੇ ਸ਼ੁਰੂ ਕਰ ਦਿੱਤੇ ਨੇ। ਕੋਈ ਕੁਛ ਕਰਾਉਣ ਲੱਗਿਆ ਵਾ, ਕੋਈ ਕੁਛ ਕਰਾਉਣ ਲੱਗਿਆ ਵਾ। ਗੁਰੂ ਸਾਹਿਬ ਨੇ ਸਵਈਆਂ ਦੇ ਵਿੱਚ ਕਿਹਾ ਜੋ ਕਦੇ ਕੋ ਬਤਾਨ ਕੋ ਪੂਜਤ ਹੈ, ਪਸ ਕੋ ਮਰਤਾਨ ਕੋ ਪੂਜਨ ਧਾਇਓ। ਕਈ ਪੱਛਮ ਨੂੰ ਸੀਸ ਨਵਾਈ ਜਾਂਦਾ, ਕੋਈ ਮੜੀਆਂ ਨੂੰ ਪੂਜੀ ਜਾਂਦਾ, ਕੋਈ ਪਤਾ ਨਹੀਂ ਕਿਹਨੂੰ ਪੂਜੀ ਜਾਂਦਾ ਹੈ। ਕੂਰ ਕਿਰਿਆ ਉਰਜੋ ਸਭ ਹੀ ਜੱਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਹਿੰਦੇ ਉਹ ਪ੍ਰਮਾਤਮਾ ਦਾ ਕੋਈ ਨਹੀਂ ਭੇਦ ਪਾ ਸਕਦਾ। ਇਹ ਜਿੰਨੇ ਮਰਜ਼ੀ ਟੇਵੇ ਲਵਾਉਂਦੇ ਫਿਰੋ, ਜਿਹੜਾ ਲੋਕਤੰਤਰ ਦੇ ਵਿੱਚ ਲੋਕ ਭਾਰੂ ਹੁੰਦੇ ਨੇ। ਲੋਕਾਂ ਨੇ ਕਿਹਨੂੰ ਸਿਰ ਤੇ ਬਹਾ ਲਿਆ ਤੇ ਕਿਹਨੂੰ ਉੱਪਰਲੇ ਪਾਸੇ ਥੱਲੇ ਨੂੰ ਤੋਰਤਾ, ਇਹਦਾ ਕੁਝ ਨਹੀਂ ਕਹਿ ਸਕਦੇ। ਜੀ ਢਿੱਲੋਂ ਸਾਹਿਬ, ਅੱਜ ਦੀ ਇੱਕ ਹੋਰ ਵੱਡੀ ਖਬਰ ਆ, ਜਬਰ ਜਨਾਹ ਮਾਮਲੇ ਦੇ ਵਿੱਚ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਆ। ਮਾਮਲਾ ਕੀ ਸੀ, ਕਿੰਨਾ ਜੁਰਮਾਨਾ ਲਗਾਇਆ ਗਿਆ ਇਸ ਦੇ ਵਿੱਚ? ਇਹ ਕੁਲਦੀਪ 9 ਫਰਵਰੀ ਤੇ 2019 ਦਾ ਮਾਮਲਾ ਹੈ ਜੀ। ਲੁਧਿਆਣੇ ਦੇ ਵਿੱਚ ਕਹਿੰਦੇ ਕੋਈ ਲੜਕਾ ਸੀ, ਉਹ ਆਪਦੀ ਔਰਤ ਮਿੱਤਰ ਦੇ ਨਾਲ ਕਾਰ 'ਚ ਬੈਠਾ ਸੀ। ਪਹਿਲਾਂ ਕੁਝ ਮੋਟਰਸਾਈਕਲ ਤੇ ਮਸਟੰਡੇ ਆਏ, ਉਹਨਾਂ ਨੇ ਪਿਛਲੇ ਪਾਸਿਓਂ ਆ ਕੇ ਉਹਦੇ ਇੱਟਾਂ ਮਾਰੀਆਂ। ਜੇ ਉਹ ਭਜਾਉਣ ਲੱਗੇ, ਉਹਨਾਂ ਨੂੰ ਅਗਲੇ ਥਾਂ ਤੋਂ ਜਾ ਕੇ ਰੋਕ ਲਿਆ। ਉਸ ਲੜਕੀ ਨੂੰ ਜ਼ਬਰਦਸਤੀ ਚੱਕ ਕੇ ਲੈ ਗਏ ਸੁੰਨੀ ਥਾਂ ਦੇ ਉੱਤੇ, ਈਸੇਵਾਲ ਪਿੰਡ ਦੇ ਕੋਲ ਜੀ। ਉੱਥੇ ਉਹਦੇ ਨਾਲ ਸਮੂਹਿਕ ਜਬਰ ਜਨਾਹ ਕੀਤਾ। ਦਿਲਚਸਪ ਗੱਲ ਹੈ ਕਿ ਸਾਰੇ ਦੋਸ਼ੀ ਇਹ ਪੰਜਾਬ ਦੇ ਨਹੀਂ, ਇਹਦੇ ਵਿੱਚੋਂ ਯੂਪੀ ਦੇ ਵੀ ਹੈ, ਹਿਮਾਚਲ ਦੇ ਵੀ ਹੈ। ਇਹ 5 ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਨੇ ਪੂਰੀ ਉਮਰ, ਜੀ, ਜਦੋਂ ਤੱਕ ਉਹਨਾਂ ਦਾ ਆਖਰੀ ਸਾਹ ਨਹੀਂ ਨਿਕਲਦਾ, ਉਹ ਉਮਰ ਕੈਦ 'ਚ ਰਹਿਣਗੇ ਤੇ ਲੱਖ ਲੱਖ ਰੁਪਇਆ ਕੀਤਾ ਜੁਰਮਾਨਾ। ਜੀ। ਇੱਕ ਕਹਿੰਦੇ ਨਾਬਾਲਗ ਸੀ, ਉਹਨੂੰ 20 ਸਾਲ ਦੀ ਸਜ਼ਾ ਸੁਣਾਈ ਹੈ ਤੇ 5000 ਰੁਪਏ ਜੁਰਮਾਨਾ ਕੀਤਾ। ਜੀ। ਇਹਨਾਂ ਦੇ ਵਿੱਚੋਂ ਜਿਹੜਾ ਮੁੱਖ ਦੋਸ਼ੀ ਸੀਗਾ ਜਗਰੂਪ ਸਿੰਘ, ਉਹਨੂੰ ਦਸੰਬਰ 2021 ਆ ਜਿਹੜਾ ਦਸੰਬਰ ਲੰਘ ਕੇ ਗਿਆ, ਇਹਦੇ ਵਿੱਚ ਮਾਣਯੋਗ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਜੀ। 4 ਦਿਨ ਪਹਿਲਾਂ ਮਾਣਯੋਗ ਅਦਾਲਤ ਨੇ ਜਦੋਂ ਉਹਨਾਂ ਨੂੰ ਦੋਸ਼ੀ ਕਰਾਰ ਦਾ ਐਲਾਨ ਕੀਤਾ ਤਾਂ ਅਦਾਲਤ ਨੇ ਇਹ ਵੀ ਕਹਿਤਾ ਸੀ ਕਿ ਇਹਨੂੰ ਜਗਰੂਪ ਸਿੰਘ ਨੂੰ ਦੁਬਾਰਾ ਗ੍ਰਿਫਤਾਰ ਕਰ ਲਓ। ਜੀ। ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਸਾਰੇ ਇਹ ਲੁਧਿਆਣੇ ਦੀ ਜੇਲ੍ਹ ਦੇ ਵਿੱਚ ਸੀ। ਅੱਜ 3 ਸਾਲ, ਲਗਭਗ 3 ਸਾਲ ਬਾਅਦ 9 ਫਰਵਰੀ ਦੀ ਘਟਨਾ ਹੈ, 9 ਤੋਂ 20 ਕੁ ਦਿਨ ਹੀ ਉੱਪਰ ਟੱਪੇ ਨੇ। ਜੀ। ਸੋ ਇਹਨਾਂ ਸਾਰਿਆਂ ਨੂੰ ਅੱਜ ਮਾਣਯੋਗ ਅਦਾਲਤ ਨੇ ਉਮਰ ਕੈਦ ਤੇ ਬਾਕੀਆਂ ਨੂੰ ਜਿਹੜਾ ਹੈਗਾ ਉਹ ਸਜ਼ਾ, ਇੱਕ ਨੂੰ 20 ਸਾਲ ਦੀ ਸਜ਼ਾ, ਕੈਦ ਦੀ ਸਜ਼ਾ ਸੁਣਾਈ ਹੈ। ਸੋ ਇਸ ਬਾਲਗ ਨੂੰ 20 ਸਾਲ ਤੇ 50,000 ਹੈ, 5,000 ਨਹੀਂ 50,000 ਜੁਰਮਾਨਾ ਉਹਨੂੰ ਵੀ, ਨਾਬਾਲਗ ਨੂੰ। ਜੀ। ਤੇ ਦੂਜਿਆਂ ਨੂੰ ਲੱਖ ਲੱਖ ਰੁਪਏ ਦਾ ਜੁਰਮਾਨਾ। 6 ਬੰਦਿਆਂ ਨੂੰ ਇਹ ਕੈਦ ਹੋਈ ਹੈ। ਕੁਝ ਅਦਾਲਤ ਨੇ ਉਹਨਾਂ ਖਿਲਾਫ ਸਬੂਤ ਸ਼ਾਇਦ ਨਹੀਂ ਪੇਸ਼ ਹੋਏ, ਉਹਨਾਂ ਨੂੰ ਬਰੀ ਵੀ ਕਰਤਾ ਸੀ। ਜੀ ਜੀ ਜੀ। ਢਿੱਲੋਂ ਸਾਹਿਬ, ਇੱਕ ਹੋਰ ਵੱਡੀ ਖਬਰ ਆਈ ਸੀ ਅੱਜ, ਫਾਜ਼ਿਲਕਾ ਦੇ ਇੱਕ ਸਟਰੋਂਗ ਰੂਮ ਦੇ ਵਿੱਚ ਗੋਲੀ ਚੱਲੀ ਹੈ। ਗੋਲੀ ਕਿਉਂ ਚੱਲੀ ਹੈ, ਜਾਂ ਫਿਰ ਕਿਸੇ ਦੇ ਵੱਲੋਂ ਸੁਸਾਈਡ ਕੀਤਾ ਗਿਆ, ਕੀ ਖਬਰ ਹੈ ਇਸ ਬਾਰੇ, ਕੀ ਜਾਣਕਾਰੀ ਹੈ? ਇਹ ਨਾ ਕੁਲਦੀਪ ਜੀ, ਉੱਥੇ
ਸਟਰਾਂਗ ਰੂਮ ਦੇ ਵਿੱਚ ਦੇਖੋ 3 ਭਰਤੀ ਸੁਰੱਖਿਆ ਲੱਗੀ ਵੀ ਹੈ ਜੀ। ਜਿਹੜੀਆਂ ਪਹਿਲੀ ਹੈ ਉਹ ਪੰਜਾਬ ਪੁਲਿਸ ਦੀ ਹੈ, ਅੱਗੇ ਅਰਧ ਸੈਨਿਕ ਬਲ ਨੇ ਤੇ ਹੋਰ ਨੇ। ਉਹ ਕਹਿੰਦੇ ਵੀ ਅੱਜ ਸਵੇਰੇ ਸਟਰਾਂਗ ਰੂਮ ਦੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਈ ਜੀ, ਜਿੱਥੇ ਸਬ ਇੰਸਪੈਕਟਰ ਬਲਵੰਤ ਚੰਦ ਤਾਇਨਾਤ ਸੀ, ਜੀ, ਜਿਹੜਾ ਕਿ ਸਟਰਾਂਗ ਰੂਮ ਦੀ ਗਾਰਡ ਦਾ ਇੰਚਾਰਜ ਸੀ। ਉੱਥੇ ਜਦੋਂ ਇਹਦੇ ਬਲਦੇਵ ਚੰਦ, ਬਲਵੰਤ ਚੰਦ ਨਹੀਂ ਬਲਦੇਵ ਚੰਦ, ਇਹ ਬਲਦੇਵ ਚੰਦ ਦੇ ਜਦੋਂ ਗੋਲੀ ਵੱਜਦੀ ਹੈ ਖੁਰਾਕ ਸੁਣਦਾ ਤਾਂ ਬਾਕੀ ਸਾਥੀ ਉੱਥੇ ਭੱਜ ਕੇ ਜਾਂਦੇ ਨੇ ਜੀ। ਇਹ ਜ਼ਖਮੀ ਹਾਲਤ 'ਚ ਪਿਆ ਹੁੰਦਾ ਹੈ। ਕਹਿੰਦੇ ਆ ਕਿ ਉਹਨੂੰ ਐਂਬੂਲੈਂਸ 'ਚ ਪੈ ਕੇ ਹਸਪਤਾਲ ਲੈ ਕੇ ਜਾਇਆ ਗਿਆ, ਜਿੱਥੇ ਉਹਨੂੰ ਮ੍ਰਿਤਕ ਕਰਾਰ ਦੇਤਾ ਜੀ। ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਖਿਆਲਾਤ ਚੱਲ ਰਹੇ ਨੇ। ਜਿਹੜੇ ਨਾਲ ਦੇ ਸਾਥੀ ਉਹ ਇਹ ਕਹਿੰਦੇ ਨੇ ਕਿ ਗੋਲੀ ਉਹਨੇ ਆਪਣੇ ਆਪ ਹੀ ਮਾਰੀ ਹੈ। ਜੀ। ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਨੇ। ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਹੈ ਕੀ। ਜੀ। ਸੋ ਇਸ ਕਰਕੇ ਮਤਲਬ ਵੱਖ-ਵੱਖ ਪਹਿਲੂਆਂ ਤੋਂ ਪੁਲਿਸ ਅਧਿਕਾਰੀ ਜਿਹੜੇ ਆ ਉਹ ਜਾਂਚ ਦੇ ਵਿੱਚ ਜੁਟ ਗਏ ਨੇ। ਜੀ ਜੀ। ਢਿੱਲੋਂ ਸਾਹਿਬ, ਆਖਰੀ ਸਵਾਲ ਆ। ਪਾਕਿਸਤਾਨ ਦੇ ਨਾਲ ਭਾਰਤ ਦੀ ਮੀਟਿੰਗ ਹੋਈ ਹੈ ਸਿੰਧੂ ਜਲ ਸੰਧੀ ਦੇ ਮਾਮਲੇ ਦੇ ਵਿੱਚ, ਬੜੀ ਅਹਿਮ ਖਬਰ ਆ। ਇਸ ਤੇ ਵੀ ਥੋੜਾ ਚਾਨਣਾ ਪਾਓ, ਕਿਸ ਤਰ੍ਹਾਂ ਦੀ ਜਲ ਸੰਧੀ ਹੈ, ਕਿਸ ਤਰ੍ਹਾਂ ਦਾ ਸਮਝੌਤਾ ਜਿਹੜਾ ਪਾਕਿਸਤਾਨ ਨਾਲ ਇੰਡੀਆ ਕਰਨ ਜਾ ਰਿਹਾ ਹੁਣ? ਕੁਲਦੀਪ, ਇਹ ਨਾ 1960 ਦੇ ਵਿੱਚ ਹੋਈ ਸੀ ਸੰਧੀ, ਜੀ, ਸਿੰਧੂ ਜਲ ਸੰਧੀ। ਜੀ। ਇਹਦੇ ਵਿੱਚ ਜਿਹੜਾ ਕਈ ਤਰ੍ਹਾਂ ਦੇ ਮਾਮਲੇ ਜਿਹੜੇ ਅੰਤਰਰਾਜੀ ਸੀ। ਜੀ। ਤੁਸੀਂ ਦੇਖੋ ਕਈ ਥਾਵਾਂ ਦੇ ਉੱਤੋਂ ਸਾਡਾ ਜਿਹੜਾ ਬਿਆਸ ਦਾ ਪਾਣੀ ਹੈ ਇਧਰੋਂ ਜੰਮੂ ਕਸ਼ਮੀਰ ਵਾਲੇ ਪਾਸਿਓਂ ਆਉਂਦਾ ਹੈ, ਰਣਜੀਤ ਸਾਗਰ ਡੈਮ ਨੂੰ ਜਾਂਦਾ, ਫਿਰ ਉਹ ਪਰਤ ਕੇ ਪਾਕਿਸਤਾਨ ਨੂੰ ਮੁੜ ਜਾਂਦਾ ਹੈ। ਜੀ। ਅਜੇ ਤੱਕ ਅਸੀਂ ਰੋਕ ਨਹੀਂ ਸਕੇ ਉਹਨੂੰ, ਇੰਨੀ ਕਿ ਸਾਡੀ ਉਹ ਹੈ। 10 ਦੇ ਕਰੀਬ ਅਧਿਕਾਰੀ ਸੀ ਜਿਹੜੇ ਭਾਰਤ ਦੇ, ਉਹ ਉੱਥੇ ਗਏ ਸਨ ਪਿਛਲੇ ਦਿਨਾਂ ਦੇ ਵਿੱਚ। ਜੀ। ਅੱਜ ਉਹ ਵਾਪਸ ਪਰਤ ਆਏ ਨੇ। ਦੱਸਿਆ ਇਹ ਜਾ ਰਿਹਾ ਕਿ 10 ਚੋਂ 9 ਜਿਹੜੇ ਪ੍ਰੋਜੈਕਟ ਸੀ ਉਹਨਾਂ ਤੇ ਇਤਰਾਜ਼ ਜਤਾਇਆ ਜਾ ਰਿਹਾ ਸੀ, ਜਿਹਦੇ ਚੋਂ ਕੁਲਨ ਰਾਮਝੇੜੀ, ਫੋਬ 2, ਤਮਸ਼ਾ ਹਾਈਡਰੋ, ਬਾਲਟੀਕੁਲ ਹੈ ਜੀ, ਕਾਰ ਬੁੱਕ ਸ਼ਿਓਰ, ਨੀਮੂ, ਚਿਲਿੰਗ, ਕਾਰਗਿਲ, ਹੁੰਦਰਮੈਨ, ਫਮਲਾ ਤੇ ਮੰਡੀ, ਇਹਨਾਂ ਦੇ ਉੱਤੇ ਗੱਲਬਾਤ ਹੋਈ ਹੈ। 9 ਪ੍ਰੋਜੈਕਟ ਹੈ, 25 ਮੈਗਾਵਾਟ ਜਾਂ ਇਸ ਤੋਂ ਘੱਟ ਦੀ ਬਿਜਲੀ ਵੀ ਪੈਦਾ ਹੋਣੀ ਹੈ। ਉਹ ਕਹਿੰਦੇ ਵੀ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ। ਕੁਝ ਇਤਰਾਜ਼ ਪਾਕਿਸਤਾਨ ਦੇ ਅਧਿਕਾਰੀਆਂ ਨੇ ਉਠਾਏ ਸੀ, ਜਿਹਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਾਡੀ ਟੀਮ ਗਈ ਸੀ ਉਹਨਾਂ ਨੇ ਟਾਈਮ ਮੰਗਿਆ ਕਿ ਇਹ ਜਿਹੜੇ ਇਤਰਾਜ਼ ਨੇ ਵੱਖ-ਵੱਖ ਵਿਭਾਗਾਂ ਦੇ ਨੇ, ਉਹਨਾਂ ਤੋਂ ਅਸੀਂ ਜਾਣਕਾਰੀ ਇਕੱਤਰ ਕਰਦੇ ਹਾਂ ਕਿ ਉਹਨਾਂ ਨੇ ਇਹਦੇ ਵਿੱਚ ਕੀ ਕੁਝ ਕੀਤਾ। ਜਦੋਂ ਅਗਲੀ ਮੀਟਿੰਗ ਹੋਊਗੀ ਤਾਂ ਇਹਨਾਂ ਇਤਰਾਜ਼ਾਂ ਤੇ ਖੁੱਲ੍ਹ ਕੇ ਗੱਲ ਹੋਵੇਗੀ। ਜਿਵੇਂ ਹੁਣ ਸਾਡੇ ਅਧਿਕਾਰੀ ਉੱਥੇ ਜਾ ਕੇ ਗੱਲਬਾਤ ਕਰਕੇ ਆਏ ਨੇ, ਹੋ ਸਕਦਾ ਜਿਹੜੀ ਅਗਲੀ ਬੈਠਕ ਹੈ ਉਹ ਇੱਧਰ ਭਾਰਤ ਵਾਲੇ ਪਾਸੇ ਹੋਵੇ, ਹੋ ਸਕਦਾ ਨੇੜੇ ਤੋਂ ਨੇੜੇ ਜਿਵੇਂ ਉਸ ਪਾਸੇ ਗਏ ਨੇ ਅੰਮ੍ਰਿਤਸਰ ਵੀ ਕੀਤੀ ਜਾ ਸਕਦੀ ਹੈ, ਚੰਡੀਗੜ੍ਹ 'ਚ ਵੀ ਕੀਤੀ ਜਾ ਸਕਦੀ ਹੈ। ਜੀ। ਕੇਂਦਰ ਦੇ ਅਧਿਕਾਰੀ ਜਿਹੜੇ ਹੈ ਉਹ ਇਹਦੇ ਵਿੱਚ ਆ ਜਾਣਗੇ। ਕਈ ਵਿਭਾਗਾਂ ਨਾਲ ਸੰਬੰਧਿਤ ਵੱਖ-ਵੱਖ ਅਧਿਕਾਰੀ ਸੀ ਜਿਹੜੇ ਉੱਥੇ ਗਏ ਨੇ। ਇਹ ਮੇਰੇ ਖਿਆਲ 1 ਫਰਵਰੀ ਨੂੰ ਗਏ ਸੀ ਤੇ ਅੱਜ 4 ਫਰਵਰੀ ਨੂੰ ਪਰਤ ਕੇ ਆਏ ਨੇ। ਇਹਦੇ ਵਿੱਚ ਕੁਝ ਔਰਤ ਅਧਿਕਾਰੀ ਵੀ ਸ਼ਾਮਲ ਨੇ। ਜੀ। ਢਿੱਲੋਂ ਸਾਹਿਬ, ਬਹੁਤ-ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਅਸੀਂ ਵੱਖ-ਵੱਖ ਮੁੱਦਿਆਂ ਤੇ ਤੁਹਾਡੇ ਨਾਲ ਚਰਚਾ ਕਰ ਰਹੇ ਸੀ। ਕੱਲ੍ਹ ਨੂੰ ਨਵੇਂ ਮੁੱਦੇ ਲੈ ਕੇ ਤੁਹਾਡੇ ਸਾਹਮਣੇ ਅਸੀਂ ਹਾਜ਼ਰ ਹੋਵਾਂਗੇ। ਤੁਸੀਂ ਹੁਣ ਮੈਨੂੰ ਦਿਓ ਇਜਾਜ਼ਤ। ਬਹੁਤ-ਬਹੁਤ ਧੰਨਵਾਦ। ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।